ਪ੍ਰੋਸੈਸ ਚਾਰਟ ਚਾਹੇ ਕਹਿ ਲਵੋ ਫਲੋ ਚਾਰਟ। ਇਹ ਪ੍ਰੋਸੈਸ ਜਾਂ ਫਲੋ ਚਾਰਟ ਉਹ ਹੁੰਦਾ ਹੈਗਾ ਜਿਹਦੇ ਵਿੱਚ ਕਿ ਕੁਛ ਸਟੇਜਸ ਹੁੰਦੀਆਂ ਨੇਗੀਆਂ, ਉਸ ਸਟੇਜ ਵਿੱਚੋਂ ਨਿਕਲ ਕੇ ਕੋਈ ਚੀਜ਼ ਫਾਈਨਲੀ ਤਿਆਰ ਹੁੰਦੀ ਹੈਗੀ। ਸੋ ਇਸ ਫਲੋ ਚਾਰਟ ਦੇ ਵਿੱਚ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ, ਕੁਛ ਵੋਕੈਬਲਰੀ ਦਾ ਧਿਆਨ ਰੱਖਣਾ ਪੈਂਦਾ ਹੈਗਾ। ਤਾਂਹੀਓ ਇਸ ਤੋਂ ਪਹਿਲਾਂ ਕਿ ਆਪਾਂ ਇੱਕ ਫਲੋ ਚਾਰਟ ਸੈਂਪਲ ਦੇ ਤੌਰ ਦੇ ਉੱਪਰ ਕਰੀਏ, ਉਸ ਤੋਂ ਪਹਿਲਾਂ ਕਿਹੜੀ ਉਹ ਵੋਕੈਬਲਰੀ ਹੈ, ਕਿਹੜੇ ਉਹ ਵਰਡਸ ਨੇ ਜਿਹੜੇ ਸਾਨੂੰ ਲੋੜ ਨੇਗੇ, ਉਹ ਤੁਹਾਡੀ ਹੁਣ ਸਕਰੀਨ ਦੇ ਉੱਪਰ ਤੁਹਾਨੂੰ ਸ਼ੋ ਹੋ ਰਹੇ ਨੇਗੇ। ਕਿ ਵੋਕੈਬਲਰੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੰਟਰੋਡਕਸ਼ਨ ਜਦੋਂ ਸਟਾਰਟ ਕਰਨੀ ਹੁੰਦੀ ਹੈਗੀ ਤਾਂ ਆਪਾਂ ਅਗਰ ਤੁਹਾਡੇ ਕੋਲੇ ਸਟੇਟਮੈਂਟ ਦੇ ਵਿੱਚ ਫਲੋ ਚਾਰਟ ਲਿਖਿਆ ਹੋਇਆ ਤਾਂ ਆਪਾਂ ਕੋਸ਼ਿਸ਼ ਕਰੀਏ ਇਹਦੀ ਜਗ੍ਹਾ ਦੇ ਉੱਪਰ ਡਾਇਗਰਾਮ ਲਿਖੀਏ, ਆਪਾਂ ਸ਼ੋ ਦੀ ਜਗ੍ਹਾ ਦੇ ਉੱਪਰ ਆਪਾਂ ਇਲਸਟ੍ਰੇਟ ਲਿਖੀਏ ਜਾਂ ਡਿਪਿਕਟ ਲਿਖੀਏ। ਉਸ ਤੋਂ ਬਾਅਦ ਜਦੋਂ ਅਸੀਂ ਪ੍ਰੋਪਰਲੀ ਸਟਾਰਟ ਕਰਨ ਲੱਗ ਜਾਂਦੇ ਹਾਂ ਉਸ ਪ੍ਰੋਸੈਸ ਜਾਂ ਫਲੋ ਚਾਰਟ ਨੂੰ ਡਿਸਕਸ ਕਰਨ ਲੱਗਦੇ ਹਾਂ ਤਾਂ ਆਪਾਂ ਬਿਗਨਿੰਗ ਫਰਸਟਲੀ, ਸੈਕਿੰਡਲੀ ਜਾਂ ਫਰਸਟ ਸੈਕਿੰਡ ਨਾਲ ਕਰ ਸਕਦੇ ਹਾਂਗੇ। ਉਸ ਤੋਂ ਬਾਅਦ ਜਦੋਂ ਇੱਕ ਵਾਰੀ ਫਰਸਟ ਸੈਂਟੈਂਸ ਲਿਖਿਆ ਗਿਆ ਉਸ ਤੋਂ ਬਾਅਦ ਆਪਾਂ ਜਿਵੇਂ ਫਰਸਟਲੀ ਆਪਾਂ ਯੂਜ਼ ਕਰ ਲਿਆ, ਉਸ ਤੋਂ ਬਾਅਦ ਆਪਾਂ ਨੈਕਸਟ, ਆਫਟਰ ਦੈਟ, ਦੈਨ ਜਾਂ ਫੋਲੋਇੰਗ ਦੈਟ ਘੱਟ ਯੂਜ਼ ਕੀਤਾ ਜਾਂਦਾ ਹੈਗਾ, ਪਰ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਫੋਲੋਇੰਗ ਦੈਟ ਤੁਸੀਂ ਯੂਜ਼ ਕਰੋ। ਸਬਸੀਕੁਐਂਟਲੀ ਜਾਂ ਸਬਸੀਕੁਐਂਟ ਟੂ ਦੈਟ ਇਹ ਵੀ ਅਸੀਂ ਯੂਜ਼ ਕਰ ਸਕਦੇ ਹੈਗੇ। ਉਸ ਤੋਂ ਬਾਅਦ ਜਿਵੇਂ ਵੈਨ ਹੈ, ਐਜ਼ ਸੂਨ ਐਜ਼ ਹੈ, ਮਤਲਬ ਕਿ ਐਜ਼ ਸੂਨ ਐਜ਼ ਦਾ ਮਤਲਬ ਹੁੰਦਾ ਜਿਵੇਂ ਜਦੋਂ ਹੀ, ਜਿਵੇਂ ਵੈਨ ਦਾ ਮਤਲਬ ਹੁੰਦਾ ਪੰਜਾਬੀ ਜਦੋਂ, ਉਵੇਂ ਐਜ਼ ਸੂਨ ਐਜ਼ ਦਾ ਮਤਲਬ ਹੁੰਦਾ ਜਦੋਂ ਹੀ। ਇਮੀਡੀਏਟਲੀ ਦਾ ਮਤਲਬ ਨਾਲ ਦੀ ਨਾਲ, ਜਸਟ ਆਫਟਰ ਦੈਟ ਦਾ ਮਤਲਬ ਵੀ ਹੁੰਦਾ ਨਾਲ ਦੀ ਨਾਲ ਜਾਂ ਇਸ ਤੋਂ ਬਾਅਦ। ਸੋ ਇਹ ਕੁਛ ਵਰਡ ਨੇਗੇ, ਜਿਵੇਂ ਉਸ ਤੋਂ ਬਾਅਦ ਤੁਹਾਨੂੰ ਦਿਖ ਰਿਹਾ ਟੂ ਡਿਨੋਟ ਦਾ ਐਂਡ ਆਫ ਸਟੈਪ। ਜਦੋਂ ਇੱਕ ਸਟੈਪ ਜਿਹੜਾ ਤੁਸੀਂ ਸਟਾਰਟ ਕੀਤਾ ਹੈਗਾ, ਇੱਕ ਸਟੈਪ ਦੀ ਸ਼ੁਰੂਆਤ ਤੁਸੀਂ ਕਰ ਲਈ, ਉਸ ਸਟੈਪ ਨੂੰ ਤੁਸੀਂ ਜਦੋਂ ਕੰਪਲੀਟ ਕਰ ਦਿਓਗੇ ਤਾਂ ਤੁਸੀਂ ਉਦੋਂ ਕਹਿ ਸਕਦੇ ਹੋ ਆਫਟਰ ਦਿਸ ਸਟੈਪ ਜਾਂ ਆਫਟਰ ਦਿਸ ਸਟੇਜ ਜਾਂ ਵੰਸ ਦਿਸ ਸਟੇਜ ਇਜ਼ ਕੰਪਲੀਟਡ ਜਾਂ ਵੰਸ ਦਿਸ ਸਟੈਪ ਇਜ਼ ਕੰਪਲੀਟਡ ਇਟ ਇਜ਼ ਕਲੀਅਰ ਜਾਂ ਇਟ ਇਜ਼ ਲਾਈਕ ਦਿਸ। ਸੋ ਇੱਦਾਂ ਅਸੀਂ ਸਟਾਰਟ ਕਰ ਸਕਦੇ ਹੈਗੇ। ਕਈ ਵਾਰ ਕੀ ਹੁੰਦਾ, ਕਈ ਸਾਈਕਲ ਜਾਂ ਕੋਈ ਸਟੇਜ ਹੁੰਦੀ ਹੈਗੀ ਉਹ ਰਿਪੀਟ ਹੁੰਦੀ ਹੈਗੀ, ਵੈਸੇ ਆਮ ਤੌਰ ਦੇ ਉੱਪਰ ਨਹੀਂ ਹੁੰਦੀ, ਪਰ ਫਿਰ ਵੀ ਕਈ ਸਟੇਜ ਜਾਂ ਕੋਈ ਪ੍ਰੋਸੈਸ ਹੁੰਦਾ ਉਹ ਰਿਪੀਟ ਹੁੰਦਾ ਹੈਗਾ, 2-2 3-3 ਵਾਰੀ ਹੁੰਦਾ, ਤਾਂ ਤੁਸੀਂ ਇਹ ਲਿਖ ਸਕਦੇ ਹੋ ਦਾ ਸਾਈਕਲ ਔਰ ਪ੍ਰੋਸੈਸ ਦੈਨ ਰਿਪੀਟਸ ਇਟਸੈਲਫ। ਇਸ ਤੋਂ ਬਾਅਦ ਕਈ ਵਾਰ ਕੋਈ ਚਾਰਟ, ਅਗੇਨ ਮੈਂ ਤੁਹਾਨੂੰ ਦੱਸ ਦੇਵਾਂ, ਬਹੁਤ ਘੱਟ ਹੁੰਦਾ ਹੈਗਾ ਕਿ ਉਹਦੇ 'ਚ ਫਿਊਚਰ ਐਸਟੀਮੇਸ਼ਨ ਹੁੰਦਾ। ਜ਼ਿਆਦਾਤਰ ਵੈਸੇ ਉਹ ਲਾਈਨ ਗ੍ਰਾਫ ਦੇ ਵਿੱਚ, ਟੇਬਲ ਦੇ ਵਿੱਚ ਹੁੰਦਾ ਹੈਗਾ, ਪਰ ਇਹਦੇ ਵਿੱਚ ਪ੍ਰੋਸੈਸ ਚਾਰਟ ਦੇ ਵਿੱਚ ਘੱਟ ਹੁੰਦਾ ਹੈਗਾ। ਪਰ ਫਿਰ ਵੀ ਜੇ ਕਿਤੇ ਫਿਊਚਰ ਐਸਟੀਮੇਸ਼ਨ ਵਗੈਰਾ ਕੁਛ ਆ ਜਾਏ ਭਵਿੱਖ ਦੇ ਵਿੱਚ ਵੀ ਇਹ ਚੀਜ਼ ਬਣ ਸਕਦੀ ਹੈਗੀ ਅਗਰ ਇੱਦਾਂ ਕੀਤਾ ਜਾਵੇ, ਤਾਂ ਇਹਨੂੰ ਆਪਾਂ ਇਟ ਇਜ਼ ਪ੍ਰੈਡਿਕਟਡ, ਇਟ ਇਜ਼ ਐਸਟੀਮੇਟਡ, ਇਟ ਇਜ਼ ਪ੍ਰੋਜੈਕਟਡ ਵਗੈਰਾ ਲਿਖ ਸਕਦੇ ਹੈਗੇ, ਜਾਂ ਇਟ ਇਜ਼ ਐਂਟੀਸੀਪੇਟਡ ਦੈਟ। ਕਿੰਨਾ ਸੋਹਣਾ ਵਰਡ ਹੈ ਐਂਟੀਸੀਪੇਟਡ ਦੈਟ, ਇਹ ਚੀਜ਼ਾਂ ਆਪਾਂ ਯੂਜ਼ ਕਰ ਸਕਦੇ ਹਾਂਗੇ। ਉਸ ਤੋਂ ਬਾਅਦ ਕੋਈ ਅਜਿਹੇ ਵਰਡ ਜਿਹੜੇ ਵੈਲਿਊ, ਡਾਟਾ ਜਾਂ ਫਿਗਰ ਨੂੰ ਬਿਆਨ ਕਰਦੇ ਨੇਗੇ ਡਾਇਗਰਾਮ ਦੇ ਵਿੱਚ, ਤਾਂ ਅਸੀਂ ਹੇਠਾਂ ਦਿੱਤੇ ਹੋਏ ਜੋ ਡਾਰਕ ਕੀਤੇ ਹੋਏ ਵਰਡ ਨੇਗੇ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਕਿ ਆਮ ਤੌਰ ਦੇ ਉੱਪਰ ਜੋ ਕੰਪੈਰੀਜ਼ਨ ਕਰਨਾ ਹੁੰਦਾ ਡਾਟਾ ਦਾ ਜਾਂ ਕੰਟਰਾਸਟ ਕਰਨਾ ਦਾ, ਉਦੋਂ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ। ਕਿਹੜੀ ਚੀਜ਼ਾਂ ਦੀ ਲੋੜ ਪੈਂਦੀ ਹੈ ਕਿ ਜਿਵੇਂ ਦਾ ਹਾਈਐਸਟ ਪੁਆਇੰਟ, ਦਾ ਲੋਐਸਟ ਪੁਆਇੰਟ, ਦਾ ਓਵਰਆਲ ਸ਼ਨੇਰੀਓ ਜਾਂ ਮੋਸਟ ਸਿਗਨੀਫਿਕੈਂਟ ਫਿਗਰਸ ਜਾਂ ਮੋਸਟ ਸਿਗਨੀਫਿਕੈਂਟ ਡਾਟਾ, ਇਹ ਚੀਜ਼ਾਂ ਆਪਾਂ ਯੂਜ਼ ਕਰਦੇ ਹੁੰਦੇ ਹਾਂ। ਇਸ ਤੋਂ ਬਾਅਦ ਕਨਕਲੂਜਨ ਦੀ ਗੱਲ ਆਉਂਦੀ ਹੈ। ਕਨਕਲੂਜਨ ਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਦੇਵਾਂ, ਇਨ ਦਾ ਨਟਸ਼ੈਲ ਜਾਂ ਇਨ ਨਟਸ਼ੈਲ, ਇਹ ਬੜਾ ਸੋਹਣਾ ਲੱਗਦਾ ਦੇਖਣ ਦੇ ਵਿੱਚ, ਪਰ ਜਿੰਨਾ ਸੋਹਣਾ ਲੱਗਦਾ ਹੈਗਾ ਉਨਾ ਇਹ ਸਾਰੀ ਰਾਈਟਿੰਗ ਟਾਸਕ 1 ਜਾਂ 2 ਦੇ ਲਈ ਸਹੀ ਨਹੀਂ ਹੈ, ਕਿਉਂਕਿ ਇਹ ਇਨਫੋਰਮਲ ਵੇ ਆਫ ਕਨਕਲੂਜਨ ਹੈ। ਸੋ ਤੁਸੀਂ ਜੇ ਕਨਕਲੂਜਨ ਕਰਨਾ ਹੈਗਾ, ਜਦੋਂ ਕਨਕਲੂਜਨ ਕਰਨਾ ਹੈਗਾ ਤਾਂ ਇਨ ਨਟਸ਼ੈਲ ਜਾਂ ਇਨ ਦਾ ਨਟਸ਼ੈਲ ਤੁਸੀਂ ਯੂਜ਼ ਨਹੀਂ ਕਰਨਾ। ਜਗ੍ਹਾ ਦੇ ਉੱਪਰ ਇਨ ਕਨਕਲੂਜਨ, ਟੂ ਕਨਕਲੂਡ, ਔਨ ਦਾ ਹੋਲ ਯੂਜ਼ ਕਰ ਸਕਦੇ ਹਾਂਗੇ, ਜਾਂ ਫਿਰ ਇਨ ਸ਼ਾਰਟ, ਇਨ ਬਰੀਫ, ਟੂ ਸਮ ਅਪ ਯੂਜ਼ ਕਰ ਸਕਦੇ ਹੋਗੇ। ਕਈ ਵਾਰ ਜਨਰਲੀ ਵੀ ਯੂਜ਼ ਕੀਤਾ ਜਾਂਦਾ ਹੈਗਾ, ਜਨਰਲੀ ਸਪੀਕਿੰਗ, ਆਲ ਇਨ ਆਲ, ਫਰੋਮ ਦਾ ਗ੍ਰੈਫਸ, ਇਟ ਇਜ਼ ਕੁਆਇਟ ਐਵੀਡੈਂਟ ਦੈਟ, ਇਹ ਵੀ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ। ਸੋ ਇਹ ਕੁਛ ਆਈਡੀਆਜ਼ ਨੇ, ਕੁਛ ਟ੍ਰਿਕਸ ਅਤੇ ਸਟ੍ਰੈਟਜੀਜ਼ ਨੇ ਜਿਹੜੀਆਂ ਕਿ ਸਾਨੂੰ ਇਗਨੋਰ ਨਹੀਂ ਕਰਨੀਆਂ ਚਾਹੀਦੀਆਂ, ਬਿਲਕੁਲ ਵੀ ਇਗਨੋਰ ਨਹੀਂ ਕਰਨੀਆਂ। ਜੇ ਇਗਨੋਰ ਕੀਤਾ ਤਾਂ ਸਾਨੂੰ ਪ੍ਰੋਬਲਮ ਆ ਸਕਦੀ ਹੈ। ਜੋ ਹੁਣ ਇੱਕ ਸੈਂਪਲ ਦੇ ਤੌਰ ਦੇ ਉੱਪਰ ਇੱਕ ਫਲੋ ਚਾਰਟ ਤੁਹਾਨੂੰ ਦਿਖਾਇਆ ਹੋਇਆ ਹੈਗਾ। ਸੋ ਇਹ ਫਲੋ ਚਾਰਟ ਇਲਸਟ੍ਰੇਟ ਕੀ ਕਰ ਰਿਹਾ, ਪ੍ਰੋਡਕਸ਼ਨ ਆਫ ਕਲਰਡ ਪਲਾਸਟਿਕ ਪੇਪਰ ਕਲਿਪਸ, ਕਲਰਡ ਪਲਾਸਟਿਕ ਪੇਪਰ ਕਲਿਪਸ ਇਨ ਅ ਸਮਾਲ ਫੈਕਟਰੀ। ਛੋਟੀ ਜਿਹੀ ਫੈਕਟਰੀ ਦੇ ਵਿੱਚ ਕਿਵੇਂ ਪਲਾਸਟਿਕ ਪੇਪਰ ਕਲਿਪਸ ਉਹ ਵੀ ਕਲਰਡ ਬਣਦੀਆਂ ਨੇਗੀਆਂ, ਉਹਦਾ ਇੱਕ ਫਲੋ ਚਾਰਟ ਵਿਖਾਇਆ ਹੋਇਆ ਹੈਗਾ। ਸੋ ਸ਼ੁਰੂਆਤ ਅਸੀਂ ਵੇਖ ਸਕਦੇ ਹਾਂਗੇ ਕਿ ਮੋਲਟਨ ਪਲਾਸਟਿਕ ਤੋਂ ਹੁੰਦੀ ਹੈਗੀ, ਮੋਲਟਨ
ਪਲਾਸਟਿਕ ਤੋਂ ਹੁੰਦੀ ਹੈਗੀ। ਲਾਸਟ ਵਿੱਚ ਸਟੇਜ ਕਿਹੜੀ ਆਉਂਦੀ ਹੈਗੀ, ਜਦੋਂ ਇਹ ਪੈਕੇਜ ਹੋਣ ਤੋਂ ਬਾਅਦ ਡਿਸਪੈਚ ਹੋ ਜਾਂਦੇ ਨੇਗੇ। ਸੋ ਸਟਾਰਟ ਕਰ ਦਿਆਂਗੇ ਆਪਾਂ। ਜਿਵੇਂ ਤੁਸੀਂ ਵੇਖ ਸਕਦੇ ਹੋਗੇ ਕਿ 4 ਮੇਨ ਸਟੇਜਸ ਨੇ, ਵੈਸੇ ਦੇਖਿਆ ਜਾਵੇ ਤਾਂ 4 ਮੇਨ ਸਟੇਜਸ ਇਨ ਦਾ ਪ੍ਰੋਡਕਸ਼ਨ ਆਫ ਪਲਾਸਟਿਕ ਪੇਪਰ ਕਲਿਪਸ ਫਰੋਮ ਦਾ ਸਮਾਲ ਇੰਡਸਟਰੀ। 4 ਕਿਹੜੀਆਂ ਕਲਰਫੁਲ ਤੁਹਾਨੂੰ ਸ਼ੋ ਹੋ ਰਹੀਆਂ ਨੇ, ਮੋਲਟਨ ਪਲਾਸਟਿਕ, ਰੈਡ ਮੋਲਡ, ਬਲੂ ਮੋਲਡ, ਯੈਲੋ ਮੋਲਡ। ਸੋ 4 ਸਟੇਜਸ ਨੇਗੀਆਂ, ਮੇਨ ਸਟੇਜਸ ਕਹਿ ਲਓ ਇਹਨੂੰ, ਕੀ ਸਟੇਜਸ ਕਹਿ ਲਓ ਇਸਨੂੰ। ਸੋ ਦੇਰ ਆਰ 4 ਕੀ ਸਟੇਜਸ ਜਾਂ ਮੇਨ ਸਟੇਜਸ, ਠੀਕ ਹੈ, ਇਨ ਦਾ ਪ੍ਰੋਡਕਸ਼ਨ ਆਫ ਪਲਾਸਟਿਕ ਪੇਪਰ ਕਲਿਪਸ ਫਰੋਮ ਦਾ ਸਮਾਲ ਇੰਡਸਟਰੀ ਔਰ ਸਮਾਲ ਫੈਕਟਰੀ। ਫੈਕਟਰੀ ਦੀ ਜਗ੍ਹਾ ਦੇ ਉੱਪਰ ਕੀ ਲਿਖ ਸਕਦੇ ਹੋ ਤੁਸੀਂ, ਵੇਖਣਾ ਹੈਗਾ। ਅਗਰ ਬਾਰ-ਬਾਰ ਰਿਪੀਟ ਹੋ ਰਿਹਾ ਤਾਂ ਤੁਹਾਨੂੰ ਇਹਦਾ ਕੋਈ ਨਾ ਕੋਈ ਸਿਨੋਨਿਮ ਲਿਖਣਾ ਪਊਗਾ। ਜਿਹੜੀਆਂ ਇਹਨਾਂ ਵਿੱਚੋਂ 2 ਸਟੇਜਸ ਨੇਗੀਆਂ, ਉਹਦੇ ਵਿੱਚ ਐਕਚੁਅਲ ਪ੍ਰੈਪਰੇਸ਼ਨ ਹੁੰਦੀ ਹੈ ਕਲਿਪਸ ਦੀ, ਅਤੇ ਜਿਹੜੇ ਬਾਕੀ ਬਚੀਆਂ 2 ਨੇਗੀਆਂ ਉਹਦੇ ਵਿੱਚ ਕੁਆਲਿਟੀ ਕੰਟਰੋਲ ਹੁੰਦੀ ਹੈਗੀ। ਇਸ ਤੋਂ ਪਹਿਲਾਂ ਕਿ ਕਲਿਪਸ ਫੈਕਟਰੀ ਦੇ ਵਿੱਚ ਰਿਟੇਲਰ ਕੋਲ ਵਿਕਣ ਦੇ ਲਈ ਭੇਜਿਆ ਜਾਣ। ਮੈਂ ਕੀ ਕਿਹਾ, ਇਹਨਾਂ 4 ਸਟੇਜਸ ਦੇ ਵਿੱਚੋਂ 2 ਸਟੇਜਸ ਤਾਂ ਪ੍ਰੈਪਰੇਸ਼ਨ, ਵੀ ਕਲਿਪਸ ਦੀ ਪ੍ਰੈਪਰੇਸ਼ਨ ਕਿਵੇਂ ਹੁੰਦੀ ਹੈਗੀ ਇਹਦੇ ਬਾਰੇ ਹੈ, ਅਤੇ ਜਿਹੜੀ ਬਾਕੀ ਬਚੀਆਂ 2 ਨੇਗੀਆਂ ਉਹਦੇ ਵਿੱਚ ਕੁਆਲਿਟੀ ਕੰਟਰੋਲ ਦੀ ਗੱਲ ਕੀਤੀ ਹੋਈ ਹੈ। ਕੁਆਲਿਟੀ ਕੰਟਰੋਲ ਦੀ, ਵੀ ਕਿਸ ਤਰ੍ਹਾਂ ਦੀ ਕੁਆਲਿਟੀ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਕਲਿਪਸ ਫੈਕਟਰੀ ਦੇ ਵਿੱਚ ਫੈਕਟਰੀ ਤੋਂ ਰਿਟੇਲਰ ਕੋਲੇ ਵਿਕਣ ਦੇ ਲਈ, ਟੂ ਬੀ ਸੋਲਡ, ਵੀ ਇਹਨੂੰ ਵਿਕਣ ਦੇ ਲਈ ਭੇਜਿਆ ਜਾਵੇ। ਹੁਣ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ। ਟੂ ਬਿਗਨ ਵਿਦ, ਸ਼ੁਰੂਆਤ ਕਰਦੇ ਹੈਗੇ ਮੋਲਟਨ ਪਲਾਸਟਿਕ ਦੇ ਨਾਲ। ਸੋ ਜਿਹੜਾ ਮੋਲਟਨ ਪਲਾਸਟਿਕ ਹੈ, ਇਸ ਨੂੰ ਤੁਸੀਂ ਵੇਖ ਸਕਦੇ ਹੋ 3 ਐਰੋ ਲੱਗੇ ਹੋਏ ਨੇਗੇ ਮੋਲਟਨ ਪਲਾਸਟਿਕ ਨੂੰ, ਰੈੱਡ ਮੋਲਡ, ਬਲੂ ਮੋਲਡ ਅਤੇ ਯੈਲੋ ਮੋਲਡ। ਸੋ ਇਹਨੂੰ ਆਪਾਂ ਕਹਾਂਗੇ ਕਿ ਇਹਨੂੰ 3 ਜਿਹੜੇ ਡਿਫਰੈਂਟ ਮੋਲਡਸ ਨੇ, ਮੋਲਡ ਉਹਦੇ ਵਿੱਚ ਪੋਰ ਕੀਤਾ ਜਾਂਦਾ, ਪਾਇਆ ਜਾਂਦਾ ਹੈਗਾ, POUR, ਪੋਰ ਕੀਤਾ ਜਾਂਦਾ ਉਸ ਨੂੰ। ਇੱਥੋਂ ਗੱਲ ਤੁਸੀਂ ਗੌਰ ਕਰ ਲਓ, ਜਦੋਂ ਵੀ ਤੁਸੀਂ ਵੇਖੋ ਕਿ ਕੋਈ ਚੀਜ਼ ਅਜਿਹੀ ਹੈਗੀ ਜਿਹੜੀ ਕਿ ਅਲੱਗ-ਅਲੱਗ ਹਿੱਸਿਆਂ 'ਚ ਵੰਡੀ ਜਾ ਰਹੀ ਹੈਗੀ, ਸਪੈਸ਼ਲੀ ਉਹਨੂੰ ਲਿਕੁਇਡ ਦੀ ਫੋਰਮ ਦੇ ਵਿੱਚ, ਤਾਂ ਉਹਨੂੰ ਪੋਰ ਕਰਨਾ ਕਹਿੰਦੇ ਹੁੰਦੇ ਆ। ਪੋਰ, ਭੁੰਨਣਾ ਵੀ ਹੁੰਦਾ ਹੈਗਾ, ਪਾਉਣਾ ਵੀ ਹੁੰਦਾ ਪੋਰ। ਸੋ ਸਭ ਤੋਂ ਪਹਿਲਾਂ ਅਗਰ ਆਪਾਂ ਸ਼ੁਰੂਆਤ ਕਰੀਏ ਮੋਲਟਨ ਪਲਾਸਟਿਕ ਦੇ ਨਾਲ, ਇਹਨੂੰ 3 ਅਲੱਗ-ਅਲੱਗ ਮੋਲਡ ਦੇ ਵਿੱਚ ਪਾਇਆ ਜਾਂਦਾ ਹੈਗਾ। ਡਿਪੈਂਡ ਕਰਦਾ ਹੈਗਾ ਕਿਸ ਤਰ੍ਹਾਂ ਦਾ ਕਲਰ ਹੁੰਦੇ ਨਾ, ਤਾਂ 3 ਕਲਰ ਸਾਨੂੰ ਦਿਖ ਰਹੇ ਨੇਗੇ। ਕਲਰਸ ਕਿਹੜੇ-ਕਿਹੜੇ ਨੇ ਦੱਸਣੇ ਹੈਗੇ, ਦ ਕਲਰਸ ਆਰ ਰੈਡ, ਬਲੂ ਐਂਡ ਯੈਲੋ। ਇੱਕ ਵਾਰ ਜਦੋਂ ਇਹ ਕਲਿਪਸ ਅਮਰਜ ਹੋ ਜਾਂਦੀਆਂ ਨੇਗੀਆਂ, ਜਦੋਂ ਇਹ ਜਿਹੜੇ ਕਲਿਪਸ ਨੇਗੀਆਂ ਇਹ ਅਮਰਜ ਹੋ ਜਾਂਦੀਆਂ ਨੇ, ਇਸ ਤੋਂ ਬਾਅਦ ਤੁਸੀਂ ਵੇਖੋ ਕੁਆਲਿਟੀ ਕੰਟਰੋਲ ਮਸ਼ੀਨ ਚੈੱਕ ਦਾ ਸਟੈਂਡ, ਤਾਂ ਇਸ ਨੂੰ ਇੱਕ ਅਜਿਹੀ ਐਟੋਮੇਟਡ ਮਸ਼ੀਨ ਦੇ ਵਿੱਚ, ਆਟੋਮੇਟਡ ਜਿਹੜੀ ਆਪਣੇ ਆਪ ਕੰਮ ਕਰਦੀ ਆ, ਤਾਂ ਇਹਨੂੰ ਜਦੋਂ ਇਹ ਜਿਹੜੇ ਕਲਿਪਸ ਨੇ ਅਮਰਜ ਹੋ ਜਾਂਦੀਆਂ ਨੇਗੀਆਂ ਜਾਂ ਮਰਜ ਹੋ ਜਾਂਦੀਆਂ, ਇਕੱਠੀਆਂ ਹੋ ਜਾਂਦੀਆਂ ਨੇਗੀਆਂ, ਤਾਂ ਇਹਨਾਂ ਨੂੰ ਇੱਕ ਕੁਆਲਿਟੀ ਕੰਟਰੋਲ ਮਸ਼ੀਨ ਦੇ ਵਿੱਚ, ਆਟੋਮੇਟਡ ਕੰਟਰੋਲ ਮਸ਼ੀਨ ਦੇ ਵਿੱਚ ਭੇਜਿਆ ਜਾਂਦਾ ਹੈਗਾ, ਜਿਹੜਾ ਕਿ ਇਹਨਾਂ ਦੀ ਸਟਰੈਂਥ ਚੈੱਕ ਕਰਦਾ ਹੈਗਾ। ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋਗੇ, ਇੱਕ ਤਾਂ ਇੱਥੋਂ ਸੌਰਟ ਬਾਏ ਹੈਂਡ ਆ ਗਿਆ, ਇੱਕ ਰਿਜੈਕਟ ਆ ਗਿਆ। ਇੱਥੇ ਕਹਾਂਗੇ ਵੀ ਇਸ ਮਸ਼ੀਨ ਤੋਂ ਬਾਅਦ ਜਾਂ ਇਸ ਸਟੈਪ ਤੋਂ ਬਾਅਦ, ਇਸ ਪ੍ਰੋਸੈਸ ਤੋਂ ਬਾਅਦ 2 ਪ੍ਰੋਸੈਸ ਸਟਾਰਟ ਹੁੰਦੇ ਨੇਗੇ। ਜੋ ਚੀਜ਼ਾਂ ਅਨਸੈਟਿਸਫੈਕਟਰੀ ਕਲਿਪਸ ਹੁੰਦੀਆਂ ਨੇਗੀਆਂ, ਅਨਸੈਟਿਸਫੈਕਟਰੀ ਜਿਹੜੇ ਵਧੀਆ ਕਲਿਪਸ ਨਹੀਂ ਹੁੰਦੀਆਂ, ਅਨਸੈਟਿਸਫੈਕਟਰੀ ਕਲਿਪਸ ਹੁੰਦੀਆਂ, ਉਹਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈਗਾ। ਅਤੇ ਜਿਹੜੀ ਬਾਕੀ ਨੇਗੀਆਂ ਉਹਨਾਂ ਨੂੰ ਹੱਥਾਂ ਦੇ ਨਾਲ, ਮੈਨੂਅਲੀ ਕਹਿ ਸਕਦੇ ਇਹਨੂੰ ਆਪਾਂ, ਜਦੋਂ ਕੋਈ ਕੰਮ ਆਪਣੇ ਆਪ ਹੱਥਾਂ ਨਾਲ ਕੀਤਾ ਜਾਵੇ ਉਹਨੂੰ ਮੈਨੂਅਲੀ ਕਿਹਾ ਜਾਂਦਾ, ਮੈਨੂਅਲੀ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਸੌਰਟ ਕੀਤਾ ਜਾਂਦਾ, ਜਿਹੜੇ ਬਾਕੀ ਸਹੀ ਜਿਹੜੇ ਸੈਟਿਸਫੈਕਟਰੀ ਕਲਿਪਸ ਨੇ ਉਹਨਾਂ ਨੂੰ ਬਾਏ ਹੈਂਡਸ ਜਾਂ ਮੈਨੂਅਲੀ ਕਹਿ ਲਓ ਤੁਸੀਂ, ਉਹਨੂੰ ਅਲੱਗ-ਅਲੱਗ ਸੌਰਟ ਕੀਤਾ ਜਾਂਦਾ ਹੈਗਾ। ਜਿੱਥੋਂ ਇਹ ਸੌਰਟ ਕਰਨ ਤੋਂ ਬਾਅਦ ਇਸ ਨੂੰ ਅਲੱਗ-ਅਲੱਗ ਕਲਰਸ ਦੇ ਵਿੱਚ ਦਿੱਤਾ ਜਾਂਦਾ ਹੈਗਾ, ਜਾਂ ਅਤੇ ਇਹਨੂੰ ਅਲੱਗ-ਅਲੱਗ ਸਿੰਗਲ ਕਲਰ ਵੀ ਦਿੱਤਾ ਜਾਂਦਾ ਉਸ ਨੂੰ। ਸੋ ਇਹ ਜਿਹੜੀ 3rd ਸਟੇਜ ਆ ਗਈ, ਇਹ ਪਹਿਲਾਂ ਕੀ ਹੈ, ਮੋਲਟਨ ਪਲਾਸਟਿਕ ਤੋਂ 3 ਅਲੱਗ-ਅਲੱਗ ਕਲਰ ਵਾਲੀ ਚੀਜ਼ਾਂ ਨੂੰ ਮਸ਼ੀਨ 'ਚ ਚੈੱਕ ਕਰਨਾ, ਤਾਂ ਕਿ ਉਹਦੀ ਸਟਰੈਂਥ ਚੈੱਕ ਹੋ ਸਕੇ, ਠੀਕ ਹੈ ਜੀ।
ਸੋ ਸਟਰੈਂਥ ਚੈੱਕ ਕਰਨ ਵਾਲਾ ਦੂਸਰਾ ਸਟੈਪ ਸੀਗਾ। ਉਸ ਤੋਂ ਬਾਅਦ ਸੌਰਟ ਕਰਨਾ ਗਾ। ਹੁਣ ਥਰਡ ਸਟੇਜ ਕੀ ਹੈ, ਇੱਥੇ ਇਹਨੂੰ ਸਟੋਰ ਕੀਤਾ ਜਾਂਦਾ ਹੈਗਾ, ਠੀਕ ਹੈ, ਹੱਥਾਂ ਦੇ ਰਾਹੀਂ ਜਾਂ ਮੈਨੂਅਲੀ ਕਹਿ ਲਓ, ਦੋ ਗਰੁੱਪਸ ਦੇ ਵਿੱਚ। ਦੋ ਗਰੁੱਪਸ ਕਿਹੜੇ ਕਿਹੜੇ, ਇੱਕ ਤਾਂ ਮਿਕਸਡ ਕਲਰ, ਇੱਕ ਸਿੰਗਲ ਕਲਰ। ਸੋ ਇਹਨੂੰ ਹੁਣ ਦੋ ਗਰੁੱਪਸ ਦੇ ਵਿੱਚ ਮਿਕਸਡ ਕਲਰ ਅਤੇ ਸਿੰਗਲ ਕਲਰ ਦੇ ਵਿੱਚ ਅਲੱਗ-ਅਲੱਗ ਕੀਤਾ ਜਾਂਦਾ ਇਹਨਾਂ ਨੂੰ। ਇਹ ਥਰਡ ਸਟੇਜ ਸੀਗੀ। ਇਸ ਤੋਂ ਬਾਅਦ ਕੀ ਹੈਗਾ, ਆਫਟਰ ਦਿਸ ਸਟੇਜ ਇਜ਼ ਕੰਪਲੀਟਡ ਜਾਂ ਆਫਟਰ ਦਿਸ ਪ੍ਰੋਸੈਸ ਇਜ਼ ਕੰਪਲੀਟਡ, ਜਦੋਂ ਇਹ ਸਟੇਜ ਜਾਂ ਪ੍ਰੋਸੈਸ ਕੰਪਲੀਟ ਹੋ ਜਾਂਦਾ ਹੈਗਾ, ਗਰੁੱਪਸ ਕੀ ਕਰਦੇ ਨੇਗੇ, ਗਰੁੱਪਸ ਦੁਆਰਾ ਇਹਦੀ ਕੁਆਲਿਟੀ ਚੈੱਕ ਕਰਦੇ ਨੇਗੇ, ਚਾਹੇ ਉਹ ਮਿਕਸਚਰ ਹੈਗੇ ਚਾਹੇ ਉਹ ਸਿੰਗਲ ਕਲਰ ਨੇਗੇ, ਠੀਕ ਹੈ ਜੀ। ਸੋ ਇਸ ਸਟੇਜ ਦੇ ਵਿੱਚ ਇਸ ਜਿਹੜਾ ਮੈਨੂਅਲੀ ਅਲੱਗ-ਅਲੱਗ ਕਰਨ ਵਾਲਾ ਕੰਮ ਹੈਗਾ, ਉਸ ਤੋਂ ਬਾਅਦ ਜਿਹੜੀ ਇਹਦੀ ਕੁਆਲਿਟੀ ਹੈ ਇਹਨਾਂ ਮਿਕਸਚਰ ਜਾਂ ਸਿੰਗਲ ਕਲਰ ਕਲਿੱਪਸ ਦੀ, ਉਹਦੀ ਦੁਆਰਾ ਸੈਕਿੰਡ ਟਾਈਮ ਕੁਆਲਿਟੀ ਚੈੱਕ ਕੀਤੀ ਜਾਂਦੀ ਹੈਗੀ, ਜਿੱਥੇ ਕਿ ਬਾਅਦ ਵਿੱਚ ਇਹਨਾਂ ਨੂੰ ਅਲੱਗ-ਅਲੱਗ ਕਰ ਲਿਆ ਜਾਂਦਾ ਹੈਗਾ, ਸਿੰਗਲ ਕਲਰ ਦੇ ਵਿੱਚ ਅਤੇ ਮਿਕਸਡ ਕਲਰ ਬੈਚਸ ਦੇ ਵਿੱਚ। ਤਾਂ ਤੁਸੀਂ ਹੁਣ ਇੱਥੇ ਬੈਚ ਵਰਡ ਯੂਜ਼ ਕਰ ਸਕਦੇ, BATCH, ਬੈਚ ਵਰਡ ਯੂਜ਼ ਕਰ ਸਕਦੇ ਹੋ। ਅਤੇ ਫਾਈਨਲੀ ਕੀ ਹੁੰਦਾ ਹੈਗਾ, ਜਾਂ ਇਨ ਦਾ ਲਾਸਟ ਸਟੇਜ ਕਲਿੱਪਸ ਨੂੰ ਪੈਕੇਜ ਕੀਤਾ ਜਾਂਦਾ ਹੈਗਾ, ਪੈਕ ਕੀਤਾ ਜਾਂਦਾ ਹੈਗਾ ਅਤੇ ਡਿਸਪੈਚ ਕਰ ਦਿੱਤਾ ਜਾਂਦਾ ਹੈਗਾ ਮਾਰਕੀਟ ਦੇ ਵਿੱਚ, ਤਾਂ ਕਿ ਇਹਨੂੰ ਵੇਚਿਆ ਜਾ ਸਕੇ। ਸੋ ਇਹ ਬੜਾ ਸਿੰਪਲ ਜਿਹਾ ਤਰੀਕਾ ਹੈਗਾ। 4 ਸਟੇਜਸ ਸੀਗੀਆਂ। ਪਹਿਲਾਂ ਇਕੱਠਾ ਕਰਨਾ ਅਲੱਗ-ਅਲੱਗ ਕਲਰਸ ਨੂੰ, ਦੂਸਰੇ ਦੇ ਉੱਪਰ ਉਹਨਾਂ ਦੀ ਕੁਆਲਿਟੀ ਚੈੱਕ ਕਰਨੀ, ਤੀਸਰੇ ਗੱਲ ਜਿਹੜੀ ਹੈਗੀ ਉਹਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਵੀ ਹੱਥਾਂ ਦੇ ਨਾਲ ਉਹਨੂੰ ਕੰਟਰੋਲ ਕਰਕੇ ਦੁਬਾਰਾ ਫਿਰ ਉਹਦੀ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ। ਜੋ ਕੁਆਲਿਟੀ ਚੈੱਕ ਹੋ ਜਾਂਦੀ ਹੈ, ਫੋਰਥ ਸਟੇਜ ਕਿਹੜੀ ਹੁੰਦੀ ਹੈ, ਉਹਨਾਂ ਨੂੰ ਫਿਰ ਪੈਕੇਜ ਕਰਨਾ ਅਤੇ ਪੈਕ ਕਰਨਾ ਅਤੇ ਡਿਸਪੈਚ ਕਰਨਾ। ਸੋ ਇਹ ਬੜਾ ਸਿੰਪਲ ਜਿਹਾ ਇੱਕ ਸਾਡਾ ਪ੍ਰੋਸੈਸ ਚਾਰਟ ਸੀਗਾ। ਕੱਲ੍ਹ ਵੀ ਅਸੀਂ ਇੱਕ ਪ੍ਰੋਸੈਸ ਚਾਰਟ ਕੀਤਾ ਅਤੇ ਅੱਜ ਵੀ ਕੀਤਾ ਹੈਗਾ। ਅਤੇ ਤੁਹਾਡੇ ਕੋਲ ਵੋਕੈਬਲਰੀ ਹੈ, ਤੁਹਾਡੇ ਕੋਲ ਆਈਡੀਆਜ਼ ਨੇ, ਤੁਹਾਡੇ ਕੋਲ ਟ੍ਰਿਕਸ ਹੈ, ਤੁਹਾਡੇ ਕੋਲ ਸਟ੍ਰੈਟਜੀ ਹੈਗੀ, ਹਰ ਇੱਕ ਚੀਜ਼ ਤੁਹਾਡੇ ਕੋਲ ਹੈਗੀ ਹੈ। ਤਾਂ ਇੰਤਜ਼ਾਰ ਕਾਹਦਾ, ਵਾਟ ਟੂ ਵੇਟ ਫੋਰ, ਵੇਟ ਕਾਹਦਾ ਕਰਨਾ। ਪੈਨ ਚੱਕੋ, ਨੋਟਬੁੱਕ ਚੱਕੋ, ਲਿਖੋ ਅਤੇ ਮੈਨੂੰ ਲਿਖ ਕੇ ਸੈਂਡ ਕਰੋ, ਤਾਂ ਕਿ ਮੈਂ ਦੇਖ ਸਕਾਂ ਕਿ ਜੋ ਤੁਸੀਂ ਸੁਣਿਆ, ਜੋ ਕੁਛ ਸਿੱਖਿਆ, ਉਹਨੂੰ ਕਿੰਨੇ ਲੈਵਲ ਤੱਕ ਤੁਸੀਂ ਇੰਪਲੀਮੈਂਟ ਕੀਤਾ ਹੈ। ਅਤੇ ਇਹਦੇ ਨਾਲ ਹੀ ਮੇਰੀ ਕਲਾਸ ਕੰਪਲੀਟ ਹੁੰਦੀ ਹੈ। ਸੋ ਮਿਲਦੇ ਹਾਂ ਕਿ ਆਪਾਂ ਇਸੇ ਐਕਸਾਈਟਮੈਂਟ ਦੇ ਨਾਲ, ਇਸੇ ਇੰਥੂਜ਼ੀਆਜ਼ਮ ਦੇ ਨਾਲ ਨੈਕਸਟ ਕਲਾਸ ਦੇ ਵਿੱਚ ਰਾਈਟਿੰਗ ਟਾਸਕ 2 ਦੇ ਨਾਲ। ਥੈਂਕ ਯੂ ਸੋ ਮਚ।